ਸਰ 2012 ਦੇ ਵਿੱਚ ਮੈਂ GNDU ਰੀਜਨਲ ਕੈਂਪਸ ਲੱਦੇਵਾਲੀ ਜਿੱਥੇ ਆਪਾਂ ਖੜੇ ਹਾਂ ਇੱਥੇ ਮੈਂ ਡਿਗਰੀ BLLB ਆਨਰਸ 'ਚ ਐਡਮਿਸ਼ਨ ਲਈ ਸੀ ਐਂਡ 5 ਸਾਲ ਦੀ ਡਿਗਰੀ ਸੀ। ਉਸ ਦੌਰਾਨ ਪਤਾ ਲੱਗਾ ਕਿ ਹਾਂਜੀ ਪ੍ਰੈਕਟਿਸ ਤਾਂ ਕਰ ਹੀ ਸਕਦੇ ਹਾਂ ਐਜ਼ ਐਨ ਐਡਵੋਕੇਟ, ਪਰ ਤੁਸੀਂ ਜੁਡੀਸ਼ਰੀ ਦਾ ਪੇਪਰ ਵੀ ਕਲੀਅਰ ਕਰ ਸਕਦੇ ਹੋ। ਬਟ ਡਿਗਰੀ ਦੇ ਟਾਈਮ ਇੱਦਾਂ ਹੀ ਡਿਗਰੀ ਦੇ ਪੇਪਰ ਖਤਮ ਕਰਦੇ ਟਾਈਮ ਨਿਕਲ ਗਿਆ ਐਂਡ ਦੈਨ ਫਿਰ ਮੈਂ ਮਾਸਟਰਸ ਕਰ ਲਈ 2018 ਇੱਥੋਂ ਹੀ ਕੀਤੀ। ਦੈਨ UGC ਨੈਟ GRF ਦਾ ਪੇਪਰ ਦਿੱਤਾ। ਉਸ ਤੋਂ ਬਾਅਦ ਫਿਰ ਮੈਂ ਕਿਹਾ ਹੁਣ ਐਗਜ਼ਾਮ ਆਉਣ ਦੀ ਉਮੀਦ ਸੀ, ਕਾਫੀ ਜ਼ਿਆਦਾ ਸੀਗਾ ਕਿ ਪੰਜਾਬ ਦੀ ਵੈਕੈਂਸੀਜ਼ ਨਿਕਲ ਜਾਣੀਆਂ ਔਰ ਮੈਂ ਐਲੀਜੀਬਲ ਵੀ ਸੀ। ਫਿਰ ਮੈਂ ਤਿਆਰੀ ਸ਼ੁਰੂ ਕੀਤੀ। ਤੋ ਇੱਕ ਗੱਲ ਜ਼ਰੂਰ ਦੱਸਿਓ ਕਿ ਜੱਜ ਦੀ ਕਹਿੰਦੇ ਇੰਟਰਵਿਊ ਆਪਾਂ ਅਕਸਰ ਹੀ ਸੁਣਦੇ ਆ ਵੀ ਤੂੰ ਕਿਹੜਾ ਮੇਰੇ ਤੇ ਜੱਜ ਲੱਗਿਆ। ਕਹਿਣਾ ਤਾਂ ਸੌਖਾ ਆ, ਜੱਜ ਦੀ ਇੰਟਰਵਿਊ ਕੌਣ ਲੈਂਦੇ ਨੇ, ਕਿਸ ਤਰੀਕੇ ਦੇ ਨਾਲ ਲੈਂਦੇ ਨੇ ਤੇ ਕੀ ਕੁਝ ਪੁੱਛਦੇ ਨੇ ਉਹਦੇ ਵਿੱਚ? ਆਪਣੇ ਐਡਵੋਕੇਟ ਜਨਰਲ ਹੁੰਦੇ ਆ, ਜਿੱਦਾਂ ਜੇ ਪੰਜਾਬ ਦਾ ਹੈ ਤਾਂ ਪੰਜਾਬ ਦੇ ਐਡਵੋਕੇਟ ਜਨਰਲ, ਹਰਿਆਣਾ 'ਚ ਹਰਿਆਣਾ ਦੇ, ਦੈਨ ਜਿਹੜੀ ਪਬਲਿਕ ਸਰਵਿਸ ਕਮਿਸ਼ਨ ਹੁੰਦੀ ਹੈ ਜਿੱਦਾਂ ਹਰਿਆਣਾ ਦੀ ਜਾਂ ਪੰਜਾਬ ਦੀ, ਉਹਨਾਂ ਦੇ ਸੈਕਟਰੀ ਜਨਰਲ ਵਗੈਰਾ ਹੁੰਦਾ। ਇੱਦਾਂ ਕਾਫੀ ਉਹਨਾਂ ਦੇ ਕਈ ਮੈਂਬਰਸ ਹੁੰਦੇ ਅਤੇ 8 ਤੋਂ 9 ਜਾਣਿਆਂ ਦਾ ਪੈਨਲ ਹੁੰਦਾ, 5 ਤੋਂ 6 ਜੱਜਿਸ ਹੁੰਦੇ ਆ। ਸਟੱਡੀ ਬਹੁਤ ਕਰਨੀ ਪੈਂਦੀ। ਕਿੰਨਾ ਟਾਈਮ ਤੁਸੀਂ ਮਤਲਬ ਸਟੱਡੀ ਕਰਦੇ ਸੀਗੇ ਜਾਂ ਕਹਿੰਦੇ ਘੰਟਿਆਂ ਮਤਲਬ ਕਿਤਾਬਾਂ 'ਚ ਹੀ ਬੜੇ ਰਹਿਣਾ ਹੁੰਦਾ? ਅਸਲ ਦੇ ਵਿੱਚ ਇਹ ਹੈ ਜੇ ਬਾਹਰੋਂ ਵੀ ਕੁਝ ਸਿੱਖਦੇ ਰਹੇ? ਨਹੀਂ, ਐਕਚੁਅਲ 'ਚ ਮੈਂ ਇੱਦਾਂ ਕਹੂੰਗੀ ਕਿ ਮੈਂ ਕਦੀ ਬਹੁਤ ਜ਼ਿਆਦਾ ਬੁੱਕ ਵਾਰਮ ਨਹੀਂ ਸੀ। ਕਹੂੰਗੀ ਕਿ ਮੁਸ਼ਕਿਲ ਇਹ ਸੀ ਕਿ ਬਹੁਤ ਚੀਜ਼ਾਂ ਤੁਹਾਨੂੰ ਛੱਡਣੀਆਂ ਪੈਂਦੀਆਂ, ਸੈਕਰੀਫਾਈਸ ਕਰਨਾ ਪੈਂਦਾ। ਜਿੱਦਾਂ ਤੁਹਾਡਾ ਦਿਲ ਕਰਦਾ ਕਿ ਤੁਹਾਡੀ ਫੈਮਿਲੀ ਵਾਲੇ ਇੱਥੇ ਘੁੰਮਣ ਜਾ ਰਹੇ, ਤੁਸੀਂ ਜਾਓ, ਬਟ ਤੁਹਾਨੂੰ ਪਤਾ ਹੈ ਕਿ ਥੋੜ੍ਹੇ ਟਾਈਮ 'ਚ ਪੇਪਰ ਆ ਰਿਹਾ, ਤੁਸੀਂ ਨਹੀਂ ਜਾ ਸਕਦੇ। ਕੁਛ ਇਵੈਂਟਸ ਆਉਂਦੇ ਆ, ਫਰੈਂਡਸ ਨਾਲ ਬਣਦਾ, ਉਹ ਕਿਤੇ ਨਾ ਕਿਤੇ ਉਹ ਛੋਟੇ ਸੈਕਰੀਫਾਈਸਿਸ ਹੀ ਨੇ ਜੋ ਕਰਨੇ ਪੈਂਦੇ। ਮੈਮ ਕਾਨੂੰਨੀ ਤੌਰ 'ਤੇ ਜੇ ਆਪਾਂ ਗੱਲ ਕਰੀਏ, ਕਹਿੰਦੇ 71 ਦਿਨ ਦੀ ਕਿਸੇ ਵੀ ਕੈਦੀ ਨੂੰ ਜਿਹੜੀ ਛੁੱਟੀ ਮਿਲਦੀ ਹੈ ਅਤੇ 91 ਦਿਨ ਦੀ ਜੇਲ੍ਹ ਦੇ ਵਿੱਚੋਂ ਛੁੱਟੀ ਮਿਲਦੀ ਹੈ, ਪੈਰੋਲ ਮਿਲਦੀ ਹੈ। 70 ਦਿਨ ਦੀ ਪੈਰੋਲ, 21 ਦਿਨ ਦੀ ਫਰਲੋ ਮਿਲਦੀ ਹੈ। ਤਾਂ ਬਹੁਤੇ ਲੋਕ ਆਪਾਂ ਨੂੰ ਵੇਖ ਰਹੇ ਹੋਣਗੇ, ਕਹਿੰਦੇ ਹੋਣਗੇ ਵੀ ਰਾਮ ਰਹੀਮ ਨੂੰ ਤਾਂ ਪੈਰੋਲ ਮਿਲ ਰਹੀ ਹੈ, ਬੰਦੀ ਸਿੰਘ ਨੇ ਜਿਹੜੇ ਖਾਸ ਤੌਰ 'ਤੇ ਸਿੱਖ ਪਰਿਵਾਰ ਆਪਾਂ ਨੂੰ ਵੇਖ ਰਹੇ ਹੋਣਗੇ ਵੀ ਬੰਦੀ ਸਿੰਘਾਂ ਨੂੰ ਪੈਰੋਲ ਕਿਉਂ ਨਹੀਂ ਮਿਲ ਰਹੀ? ਉਹਦੇ ਪਿੱਛੇ ਕੀ ਰੀਜ਼ਨ ਹੋ ਸਕਦਾ? ਅਗਰ ਮੰਨ ਲਓ ਈਵਨ ਜੱਜ ਜਿਹੜਾ ਹੈ ਉਹ ਇੱਕ ਸਿੱਖ ਪਰਿਵਾਰ ਤੋਂ ਹੀ ਬਿਲੋਂਗ ਕਰਦਾ, ਤਾਂ ਵੀ ਉਹ ਆਪਣੀ ਮਰਜ਼ੀ ਨਾਲ ਉਹ ਫੈਸਲਾ ਨਹੀਂ ਸੁਣਾ ਸਕਦਾ ਕਿ ਇਹ ਫੈਸਲਾ ਮੇਰੇ ਦਿਲ ਦੇ ਕਰੀਬ ਹੈ ਅਤੇ ਮੈਂ ਇਸ ਹਿਸਾਬ ਨਾਲ ਆਪਣੇ ਪੱਖ ਦਾ ਕਰਵਾ ਦੇਵਾਂ। ਉਹ ਇੱਦਾਂ ਨਹੀਂ ਕਰ ਸਕਦਾ। ਉਸ ਜੱਜਿਸ ਦੇ ਹੱਥ ਜਿਹੜੇ ਉਹ ਹਮੇਸ਼ਾ ਬੰਨੇ ਹੁੰਦੇ ਆ ਕਿਹਦੇ ਅੱਗੇ? ਲਾਅ ਦੇ ਅੱਗੇ। ਅਸੀਂ ਲਾਅ ਨੂੰ ਇੰਟਰਪ੍ਰੀਟ ਕਰਦੇ, ਆਪ ਲਾਅ ਨਹੀਂ ਬਣਾਉਂਦੇ। ਬਟ ਜੁਡੀਸ਼ਰੀ ਆਪਣੇ ਆਪ 'ਚ ਇੰਡੀਪੈਂਡੈਂਟ ਆ। ਸਾਡੇ ਉੱਤੇ ਕੋਈ ਦਬਾਅ ਨਹੀਂ ਹੁੰਦਾ ਕੋਈ ਵੀ ਫੈਸਲਾ ਸੁਣਾਉਣ ਲੱਗੇ ਕਿ ਤੁਸੀਂ ਇਸ ਪੱਖ ਦਾ ਫੈਸਲਾ ਸੁਣਾਉਣਾ ਹੈ, ਠੀਕ ਹੈ? ਕਿਉਂਕਿ ਜਿਹੜੀ ਸਰਕਾਰਾਂ ਦੀ ਗੱਲ ਹੈ, ਮੈਂ ਇਹ ਕਹਿਣਾ ਚਾਹੁੰਦੀ, ਬੇਈਮਾਨੀ ਸਾਡੇ ਕਿਤੇ ਨਾ ਕਿਤੇ ਹਰ ਪਾਸੇ ਹੀ ਫੈਲ ਚੁੱਕੀ ਹੈ। ਜਦੋਂ ਫੈਸਲਾ ਸੁਣਾਉਂਦੇ ਵੀ ਆ ਜੱਜ, ਤਾਂ ਉਹ ਇਹੀ ਸੋਚ ਕੇ ਸੁਣਾਉਂਦੇ ਕਿ ਅਸੀਂ ਇਨਸਾਫ ਦੇ ਸਕੀਏ। ਅਸੀਂ ਆਪਣਾ ਇਮੋਸ਼ਨਲ ਬਾਇਸ ਨਹੀਂ ਕਦੇ ਵੀ ਲੈ ਕੇ ਆ ਸਕਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ। ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ। ਦੋਸਤੋ, ਕਹਿੰਦੇ ਨੇ ਜੇਕਰ ਆਪਾਂ ਕਿਸੇ ਵੀ ਖੇਤਰ ਦੇ ਵਿੱਚ ਮਿਹਨਤ ਕਰਦੇ ਹਾਂ ਤਾਂ ਪਰਮਾਤਮਾ ਉਸ ਮਿਹਨਤ ਨੂੰ ਫਲ ਜ਼ਰੂਰ ਲਗਾਉਂਦਾ ਹੈ। ਤਾਂ ਅੱਜ ਇੱਕ ਅਜਿਹੀ ਧੀ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਸ ਨੇ ਸਖਤ ਮਿਹਨਤ ਕੀਤੀ ਅਤੇ ਮਿਹਨਤ ਕਰਨ ਤੋਂ ਬਾਅਦ ਅੱਜ ਉਹ ਧੀ ਜੱਜ ਬਣ ਗਈ ਹੈ। ਤਾਂ ਮੇਰੇ ਨਾਲ ਨੇ ਮੈਡਮ ਚਾਹਤ ਜੀ। ਮੈਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਥੈਂਕ ਯੂ। ਬਹੁਤ ਤੁਹਾਨੂੰ ਮੁਬਾਰਕਾਂ ਮੈਮ, ਤੁਸੀਂ ਜੱਜ ਬਣ ਗਏ ਹੋ ਜੀ। ਬਹੁਤ ਸ਼ੁਕਰੀਆ ਤੁਹਾਡਾ। ਹਾਂਜੀ ਮੈਮ, ਸਟਾਰਟਿੰਗ ਕਿਵੇਂ ਹੁੰਦੀ ਆ, ਕਿਵੇਂ ਸ਼ੁਰੂਆਤ ਹੁੰਦੀ ਹੈ ਅਤੇ ਕਿਸ ਤਰੀਕੇ ਨਾਲ ਤੁਸੀਂ ਸੋਚਿਆ ਕਿ ਵੀ ਮੈਂ ਜੱਜ ਬਣਨਾ ਹੀ ਬਣਨਾ ਹੈ? ਸਰ 2012 ਦੇ ਵਿੱਚ ਮੈਂ GNDU ਰੀਜਨਲ ਕੈਂਪਸ ਲੱਦੇਵਾਲੀ ਜਿੱਥੇ ਆਪਾਂ ਖੜੇ ਹਾਂ ਇੱਥੇ ਮੈਂ ਡਿਗਰੀ BLLB ਆਨਰਸ 'ਚ ਐਡਮਿਸ਼ਨ ਲਈ ਸੀ ਐਂਡ 5 ਸਾਲ ਦੀ ਡਿਗਰੀ ਸੀ। ਉਸ ਦੌਰਾਨ ਪਤਾ ਲੱਗਾ ਕਿ ਹਾਂਜੀ ਪ੍ਰੈਕਟਿਸ ਤਾਂ ਕਰ ਹੀ ਸਕਦੇ ਹਾਂ ਐਜ਼ ਐਨ ਐਡਵੋਕੇਟ, ਪਰ ਤੁਸੀਂ ਜੁਡੀਸ਼ਰੀ ਦਾ ਪੇਪਰ ਵੀ ਕਲੀਅਰ ਕਰ ਸਕਦੇ ਹੋ, ਜੋ ਇੱਕ ਬਹੁਤ ਹੀ ਵਧੀਆ ਨੋਬਲ ਪ੍ਰੋਫੈਸ਼ਨ ਹੈ। ਅਤੇ ਮੈਂ ਨਾਲ ਹੀ ਸੋਚਿਆ ਕਿ ਹਾਂਜੀ ਮੈਂ ਚਲੋ ਜੁਡੀਸ਼ਰੀ ਦੀ ਤਿਆਰੀ ਕਰਾਂਗੇ। ਬਟ ਡਿਗਰੀ ਦੇ ਟਾਈਮ ਇੱਦਾਂ ਹੀ ਡਿਗਰੀ ਦੇ ਪੇਪਰ ਖਤਮ ਕਰਦੇ ਟਾਈਮ ਨਿਕਲ ਗਿਆ ਐਂਡ ਦੈਨ ਫਿਰ ਮੈਂ ਮਾਸਟਰਸ ਕਰ ਲਈ 2018 ਇੱਥੋਂ ਹੀ ਕੀਤੀ। ਦੈਨ UGC ਨੈਟ GRF ਦਾ ਪੇਪਰ ਦਿੱਤਾ। ਉਸ ਤੋਂ ਬਾਅਦ ਫਿਰ ਮੈਂ ਕਿਹਾ ਹੁਣ ਐਗਜ਼ਾਮ ਆਉਣ ਦੀ ਉਮੀਦ ਸੀ, ਕਾਫੀ ਜ਼ਿਆਦਾ ਸੀਗਾ ਕਿ ਪੰਜਾਬ ਦੀ ਵੈਕੈਂਸੀਜ਼ ਨਿਕਲ ਜਾਣੀਆਂ ਔਰ ਮੈਂ ਐਲੀਜੀਬਲ ਵੀ ਸੀ। ਫਿਰ ਮੈਂ ਤਿਆਰੀ ਸ਼ੁਰੂ ਕੀਤੀ। ਇੱਥੇ ਸ਼ਿਵਾਲਿਕ ਅਕੈਡਮੀ ਹੈ ਜਲੰਧਰ, ਉੱਥੇ ਮੈਂ ਜੁਆਇਨ ਕੀਤਾ। ਬਹੁਤ ਵਧੀਆ ਸਰ ਨੇ, ਸਰ ਰਿਟਾਇਰਡ ਨੇ ਜੱਜ RL ਚੌਹਾਨ ਸਰ, ਉਹਨਾਂ ਦੇ ਕੋਲ ਕੋਚਿੰਗ ਸ਼ੁਰੂ ਕੀਤੀ ਅਤੇ 3-4 ਮਹੀਨੇ ਮੈਂ ਕੋਚਿੰਗ ਉੱਥੋਂ ਲਈ। ਬਹੁਤ ਵਧੀਆ ਸਰ ਨੇ ਸਾਨੂੰ ਬਹੁਤ ਅੱਛੀ ਤਰ੍ਹਾਂ ਕਨਸੈਪਟਸ ਕਲੀਅਰ ਕਰਾਏ ਔਰ ਇਹ ਪਤਾ ਲੱਗ ਗਿਆ ਬੇਸਿਕਲੀ ਕਿ ਪੜ੍ਹਨਾ ਕਿੱਦਾਂ, ਤਿਆਰੀ ਕਰਨੀ ਕਿੱਦਾਂ ਪੇਪਰ ਦੀ। ਅਤੇ ਫਿਰ ਉਸ ਤੋਂ ਬਾਅਦ ਪੇਪਰ ਆ ਗਿਆ, April 'ਚ ਨੋਟੀਫਿਕੇਸ਼ਨ ਆ ਗਈ ਸੀ। ਫਿਰ ਬਾਕੀ ਨਾਲ ਖੁਦ ਤਿਆਰੀ ਕੀਤੀ। ਉਹ ਸਾਲ ਬਹੁਤ ਜ਼ਿਆਦਾ ਮਿਹਨਤ ਵਾਲਾ ਸੀਗਾ, ਬਹੁਤ ਮਿਹਨਤ ਲੱਗੀ। ਫਿਰ ਪ੍ਰੀਲਿਮਿਨਰੀ ਪੇਪਰ ਹੋ ਗਿਆ ਪੰਜਾਬ ਦਾ ਕਲੀਅਰ ਮੇਰਾ, ਦੈਨ ਮੀਨਸ ਵੀ ਹੋ ਗਏ ਸੀ ਕਲੀਅਰ।
ਦੈਨ ਇੰਟਰਵਿਊ 'ਚ ਬਟ ਮੈਂ ਉਹਦੇ 'ਚ ਰਹਿ ਗਈ ਸੀਗੀ, ਇੰਟਰਵਿਊ ਨਹੀਂ ਮੇਰਾ। ਪਹਿਲਾਂ ਸਟਾਰਟਿੰਗ ਕੀਤੀ ਸੀਗੀ ਤੁਸੀਂ, ਇੱਕ ਵਾਰ ਤੁਸੀਂ ਪੇਪਰ ਦਿੱਤਾ ਸੀਗਾ ਨਾ, ਉਹ ਤੋਂ ਬਾਅਦ ਪੇਪਰ ਪਾਸ ਹੋ ਗਿਆ ਸੀਗਾ ਜਾਂ ਇੰਟਰਵਿਊ ਦੇ ਵਿੱਚ ਰਹਿ ਗਏ ਸੀ? ਹਾਂਜੀ, ਮੈਂ ਉਹੀ ਦੱਸ ਰਹੀ ਹਾਂ ਕਿ ਮੈਂ ਪੇਪਰ ਮੇਰੇ ਦੋਨੋਂ ਕਲੀਅਰ ਹੋ ਗਏ ਸੀ, ਪ੍ਰੀ ਵੀ ਮੇਨਸ ਵੀ, ਬਟ ਇੰਟਰਵਿਊ ਨਹੀਂ ਹੋ ਪਾਇਆ ਸੀਗਾ। ਤਾਂ ਇੱਕ ਗੱਲ ਜ਼ਰੂਰ ਦੱਸਿਓ ਕਿ ਜੱਜ ਦੀ ਕਹਿੰਦੇ ਇੰਟਰਵਿਊ ਆਪਾਂ ਅਕਸਰ ਹੀ ਸੁਣਦੇ ਆ ਵੀ ਤੂੰ ਕਿਹੜਾ ਮੇਰੇ ਤੇ ਜੱਜ ਲੱਗਿਆ, ਕਹਿਣਾ ਤਾਂ ਸੌਖਾ ਆ, ਜੱਜ ਦੀ ਇੰਟਰਵਿਊ ਕੌਣ ਲੈਂਦੇ ਨੇ, ਕਿਸ ਤਰੀਕੇ ਦੇ ਨਾਲ ਲੈਂਦੇ ਨੇ ਤੇ ਕੀ ਕੁਝ ਪੁੱਛਦੇ ਨੇ ਉਹਦੇ ਵਿੱਚ? ਸਰ 8 ਤੋਂ 9 ਜੱਜਿਸ ਦਾ ਮਤਲਬ ਇੰਟਰਵਿਊਜ਼ ਦਾ ਪੈਨਲ ਹੁੰਦਾ, ਜਿਹਦੇ ਵਿੱਚ ਹਾਈ ਕੋਰਟ ਦੇ ਜੱਜਿਸ ਹੁੰਦੇ ਆ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜਿਸ ਹੁੰਦੇ ਆ, ਆਪਣੇ ਐਡਵੋਕੇਟ ਜਨਰਲ ਹੁੰਦੇ ਆ, ਜਿੱਦਾਂ ਜੇ ਪੰਜਾਬ ਦਾ ਹੈ ਤਾਂ ਪੰਜਾਬ ਦੇ ਐਡਵੋਕੇਟ ਜਨਰਲ, ਹਰਿਆਣਾ 'ਚ ਹਰਿਆਣਾ ਦੇ, ਦੈਨ ਜਿਹੜੀ ਪਬਲਿਕ ਸਰਵਿਸ ਕਮਿਸ਼ਨ ਹੁੰਦੀ ਹੈ ਜਿੱਦਾਂ ਹਰਿਆਣਾ ਦੀ ਜਾਂ ਪੰਜਾਬ ਦੀ, ਉਹਨਾਂ ਦੇ ਸੈਕਟਰੀ ਜਨਰਲ ਵਗੈਰਾ ਹੁੰਦਾ, ਇੱਦਾਂ ਕਾਫੀ ਉਹਨਾਂ ਦੇ ਕਈ ਮੈਂਬਰਸ ਹੁੰਦੇ, ਅਤੇ 8 ਤੋਂ 9 ਜਾਣਿਆਂ ਦਾ ਪੈਨਲ ਹੁੰਦਾ, 5 ਤੋਂ 6 ਜੱਜਿਸ ਹੁੰਦੇ ਆ, ਅਤੇ 10 ਤੋਂ 12 ਮਿੰਟ ਇੰਟਰਵਿਊ ਚੱਲਿਆ ਸੀ। ਅਤੇ ਉਹ ਕਿਸੇ ਵੀ ਆਸਪੈਕਟ ਤੋਂ ਤੁਹਾਨੂੰ ਇੰਟਰਵਿਊ ਕਰਦੇ ਆ, ਮਤਲਬ ਬੇਸਿਕਲੀ ਉਹਨਾਂ ਨੇ ਪੂਰੀ ਤੁਹਾਡੀ ਪਰਸਨੈਲਿਟੀ ਚੈੱਕ ਕਰਨੀ ਹੁੰਦੀ ਆ ਕਿ ਤੁਸੀਂ ਕੌਨਫੀਡੈਂਟ ਹੋ, ਤੁਹਾਡੀ ਕਮਿਊਨੀਕੇਸ਼ਨ ਸਕਿੱਲਸ ਕਿੱਦਾਂ ਹੈ, ਅਤੇ ਉਹ ਤੁਹਾਨੂੰ ਕੁਛ ਵੀ ਕੁਐਸਚਨ ਪੁੱਛ ਸਕਦੇ ਆ। ਆਲ ਓਵਰ ਤੁਹਾਨੂੰ ਸਾਰੀ ਤਿਆਰੀ ਰੱਖਣੀ ਪੈਂਦੀ ਹੈ। ਲਾਸਟ ਟਾਈਮ ਮਤਲਬ ਜਿਹੜੇ ਸਬਜੈਕਟਸ ਸਾਡੇ ਸਿਲੇਬਸ 'ਚ ਨਹੀਂ ਸੀ ਉਹਨਾਂ 'ਚੋਂ ਕੁਐਸਚਨਸ ਆ ਗਏ ਸੀ ਔਰ ਮੈਂ ਵੈਲ ਪ੍ਰੀਪੇਅਰਡ ਨਹੀਂ ਸੀ ਅਤੇ ਨਹੀਂ ਹੋ ਪਾਇਆ ਸੀ। ਕਾਫੀ ਡਿਸਅਪੋਇੰਟਿੰਗ ਸੀ ਉਸ ਟਾਈਮ 'ਤੇ, ਕਿਉਂਕਿ ਮੈਂ ਸੈਕਿੰਡ ਸੀ ਮੈਰਿਟ 'ਚ, ਮੈਨੂੰ ਕਾਫੀ ਉਮੀਦ ਸੀ ਕਿ ਹੋ ਜਾਏਗਾ, ਬਟ ਨਹੀਂ ਹੋ ਪਾਇਆ। ਅਤੇ ਫਿਰ ਦੁਬਾਰਾ ਤੋਂ ਸ਼ੁਰੂ ਕਰਨ ਲਈ ਫੈਮਲੀਜ਼ ਦਾ ਸਪੋਰਟ ਬਹੁਤ ਇੰਪੋਰਟੈਂਟ ਹੈ। ਅਤੇ ਫਿਰ ਉਸ ਤੋਂ ਬਾਅਦ ਕੋਵਿਡ ਆ ਗਿਆ ਅਤੇ ਪੇਪਰ ਆਇਆ ਹੀ ਨਹੀਂ ਕਿੰਨਾ ਟਾਈਮ। ਹਰਿਆਣਾ ਦਾ ਪੇਪਰ ਆ ਗਿਆ ਸੀ, ਫਿਰ ਹਰਿਆਣਾ ਦਾ ਹੀ ਭਰਿਆ, ਅਤੇ ਅੱਜ ਉਹ ਫਿਰ ਕਿਤੇ ਨਾ ਕਿਤੇ ਫਸਟ ਟਾਈਮ ਜੋ ਤੁਸੀਂ ਜਿੱਥੋਂ ਮਾਰ ਖਾਂਦੇ ਹੋ ਕਿਤੇ ਨਾ ਕਿਤੇ ਹੈਲਪ ਕਰਦਾ ਹੈ। ਅਤੇ ਇਸ ਵਾਰੀ ਮੇਰਾ ਇੰਟਰਵਿਊ ਬਹੁਤ ਵਧੀਆ ਗਿਆ ਸੀ। ਅਤੇ ਕਹਿੰਦੇ ਮੈਮ ਸਟੱਡੀ ਬਹੁਤ ਕਰਨੀ ਪੈਂਦੀ, ਕਿੰਨਾ ਟਾਈਮ ਤੁਸੀਂ ਮਤਲਬ ਸਟੱਡੀ ਕਰਦੇ ਸੀਗੇ, ਜਾਂ ਕਹਿੰਦੇ ਘੰਟਿਆਂ ਮਤਲਬ ਕਿਤਾਬਾਂ 'ਚ ਹੀ ਬੜੇ ਰਹਿਣਾ ਹੁੰਦਾ? ਅਸਲ ਦੇ ਵਿੱਚ ਇਹ ਹੈ ਜੇ ਬਾਹਰੋਂ ਵੀ ਕੁਝ ਸਿੱਖਦੇ ਰਹੇ ਜੀ? ਨਹੀਂ, ਐਕਚੁਅਲ 'ਚ ਮੈਂ ਇੱਦਾਂ ਕਹੂੰਗੀ ਕਿ ਮੈਂ ਕਦੀ ਬਹੁਤ ਜ਼ਿਆਦਾ ਬੁੱਕ ਵਾਰਮ ਨਹੀਂ ਸੀ ਕਿ ਬੱਚੇ ਬਹੁਤ ਜ਼ਿਆਦਾ ਮਿਹਨਤ ਜਿੱਦਾਂ ਪਹਿਲੇ ਤੋਂ ਹੀ ਕਰਦੇ ਆ, ਇੱਦਾਂ ਨਹੀਂ ਸੀ। ਮੈਂ ਕਾਫੀ ਸੋਸ਼ਲੀ ਐਕਟਿਵ ਵੀ ਸੀ, ਅਤੇ ਬਾਹਰੋਂ ਵੀ ਐਕਚੁਅਲੀ ਤੁਸੀਂ ਜਿੰਨਾ ਦੇਖਦੇ ਹੋ ਸੁਣਦੇ ਹੋ, ਤੁਹਾਡੀ ਆਪਣੀ ਓਪੀਨੀਅਨ ਬਣਦੇ ਆ, ਉਹ ਵੀ ਕਿਤੇ ਨਾ ਕਿਤੇ ਤੁਹਾਡੀ ਪਰਸਨੈਲਿਟੀ ਨੂੰ, ਤੁਹਾਡੀ ਥਿੰਕਿੰਗ ਨੂੰ ਸ਼ੇਪ ਕਰਦਾ ਹੈ। ਐਂਡ ਮਤਲਬ ਮੈਂ ਨਾਲ PhD ਵੀ ਕਰ ਰਹੀ ਹਾਂ, ਅਤੇ ਇਸ ਕਰਕੇ ਉਹ ਵੀ ਤੁਸੀਂ ਜਦੋਂ ਐਕਚੁਅਲ 'ਚ ਪੜ੍ਹਦੇ ਹੀ ਰਹਿੰਦੇ ਹੋ, ਅਤੇ ਕਿਤੇ ਨਾ ਕਿਤੇ ਤੁਸੀਂ ਬਹੁਤ ਚੀਜ਼ਾਂ ਨੂੰ ਹੋਰ ਦੂਸਰੀ ਤਰੀਕੇ ਨਾਲ ਦੇਖਣਾ, ਨਜ਼ਰੀਆ ਤੁਹਾਡਾ ਹੋਰ ਵਾਸਟ ਹੋ ਜਾਂਦਾ ਹੈ। ਅਤੇ ਜਿਹੜੀ ਤਿਆਰੀ ਦੀ ਗੱਲ ਹੈ ਉਹ ਇਹ ਹੈ ਕਿ ਬਿਲਕੁਲ ਮਿਹਨਤ ਬਹੁਤ ਕਰਨੀ ਪੈਂਦੀ ਹੈ। ਬਸ ਇਹ ਮੈਂ ਕਹੂੰਗੀ ਕਿ ਮੁਸ਼ਕਿਲ ਇਹ ਸੀ ਕਿ ਬਹੁਤ ਚੀਜ਼ਾਂ ਤੁਹਾਨੂੰ ਛੱਡਣੀਆਂ ਪੈਂਦੀਆਂ, ਸੈਕਰੀਫਾਈਸ ਕਰਨਾ ਪੈਂਦਾ। ਜਿੱਦਾਂ ਤੁਹਾਡਾ ਦਿਲ ਕਰਦਾ ਕਿ ਤੁਹਾਡੀ ਫੈਮਿਲੀ ਵਾਲੇ ਇੱਥੇ ਘੁੰਮਣ ਜਾ ਰਹੇ, ਤੁਸੀਂ ਜਾਓ, ਬਟ ਤੁਹਾਨੂੰ ਪਤਾ ਹੈ ਕਿ ਥੋੜ੍ਹੇ ਟਾਈਮ 'ਚ ਪੇਪਰ ਆ ਰਿਹਾ, ਤੁਸੀਂ ਨਹੀਂ ਜਾ ਸਕਦੇ। ਕੁਛ ਇਵੈਂਟਸ ਆਉਂਦੇ ਆ, ਫਰੈਂਡਸ ਨਾਲ ਬਣਦਾ, ਉਹ ਕਿਤੇ ਨਾ ਕਿਤੇ ਉਹ ਛੋਟੇ ਸੈਕਰੀਫਾਈਸਿਸ ਹੀ ਨੇ ਜੋ ਕਰਨੇ ਪੈਂਦੇ ਆ। ਉਸ ਟਾਈਮ ਔਖੇ ਲੱਗਦੇ, ਬਟ ਐਂਡ ਰਿਜ਼ਲਟ ਜਦੋਂ ਮਿਲ ਜਾਂਦਾ ਫਿਰ ਲੱਗਦਾ ਕਿ ਕੋਈ ਏਡੀ ਵੱਡੀ ਗੱਲ ਵੀ ਨਹੀਂ ਸੀ, ਕਿ ਠੀਕ ਹੈ ਇੰਨਾ ਤਾਂ ਕਰ ਹੀ ਸਕਦੇ ਹਾਂ ਜੇ ਤੁਸੀਂ ਇੰਨੀ ਕੋਈ ਆਪਣਾ ਗੋਲ ਹਾਸਿਲ ਕਰਨਾ ਹੈ ਤਾਂ। ਇਸ ਲਈ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਜਿੱਦਾਂ ਕਹਿੰਦੇ ਕਿ ਇੱਕ ਘੋੜਾ ਰੇਸ 'ਚ ਭੱਜਦਾ ਸਿੱਧਾ ਹੀ ਦੇਖਦਾ ਰਹਿੰਦਾ, ਉੱਦਾਂ ਹੀ ਦੇਖੀ ਜਾਓ ਬਸ, ਅਤੇ ਰੱਬ ਹਮੇਸ਼ਾ ਮਿਹਰ ਕਰਦਾ ਹੀ ਹੈ। ਮੈਮ ਕਈ ਵਾਰ ਅੜਚਣਾ ਵੀ ਬਹੁਤ ਆਉਂਦੀਆਂ ਹੋਣਗੀਆਂ, ਕਈ ਵਾਰ ਇਸ ਤਰ੍ਹਾਂ ਹੋਏ ਕੋਈ ਹਾਲਾਤ ਬਣੇ ਵੀ ਛੱਡੋ ਯਾਰ ਰਹਿਣ ਦੋ, ਮੈਂ ਪੜ੍ਹਾਈ ਨਹੀਂ ਕਰਨੀ, ਮੈਂ ਜੱਜ ਬਣਨਾ ਹੀ ਨਹੀਂ, ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਸੀਗੀ ਜੀ? ਨਹੀਂ, ਮੈਂ ਉਹੀ ਦੱਸੂੰਗੀ ਕਿ ਜਿੱਦਾਂ ਬਸ ਇੰਟਰਵਿਊ 'ਚ ਰਹਿ ਗਈ ਸੀ, ਉਦੋਂ ਥੋੜਾ ਟਾਈਮ ਲਈ ਬੰਦਾ ਪਰੇਸ਼ਾਨ ਹੋ ਜਾਂਦਾ ਕਿ ਛੱਡੋ ਯਾਰ ਹੁਣ ਕਰਨਾ ਹੀ ਨਹੀਂ ਹੈ। ਐਂਡ ਫਿਰ ਕਿਉਂਕਿ ਸ਼ੁਰੂ ਤੋਂ ਸ਼ੁਰੂ ਕਰਨਾ ਪੈਂਦਾ, ਇੱਦਾਂ ਨਹੀਂ ਹੈ ਕਿ ਤੁਸੀਂ ਇਨ ਬਿਟਵੀਨ ਤੋਂ ਦੁਬਾਰਾ ਉਹੀ ਸਟੇਜ ਦੇਣੀ ਹੈ ਦੁਬਾਰਾ। ਫਿਰ ਤਾਂ ਤੁਸੀਂ ਮਿਹਨਤ ਕਰ ਲੈਂਦੇ ਹੋ, ਜਦੋਂ ਫਿਰ ਤੁਹਾਨੂੰ ਪਤਾ ਨੀਚੇ ਗਿਰ ਕੇ ਫਿਰ ਸ਼ੁਰੂ ਕਰਨਾ, ਫਿਰ ਥੋੜ੍ਹਾ ਟਾਈਮ ਲਈ ਤਾਂ ਇੱਦਾਂ ਹੋ ਗਿਆ ਸੀ, ਬਟ ਫਿਰ ਤੁਹਾਨੂੰ ਘਰ ਦੇ ਬਹੁਤ ਮੋਟੀਵੇਟ ਕਰਦੇ ਰਹਿੰਦੇ ਆ ਕਿ ਤੁਸੀਂ ਕਰੋ, ਫਿਰ ਤੁਸੀਂ ਕਰ ਲੈਂਦੇ ਹੋ। ਜਦੋਂ ਤੁਹਾਨੂੰ ਦਿਖਦਾ ਹੈ ਕਿ ਹਾਂਜੀ, ਫਿਰ ਇੱਕ ਇਹ ਵੀ ਹੋ ਜਾਂਦਾ ਹੈ ਕਿ ਤੁਹਾਨੂੰ ਖੁਦ 'ਤੇ ਵੀ ਥੋੜ੍ਹਾ ਕੌਨਫੀਡੈਂਸ ਹੋ ਜਾਂਦਾ ਹੈ ਕਿ ਚਲੋ ਥੋੜ੍ਹੇ ਜਿਹੇ ਤੋਂ ਰਹਿ ਗਏ ਸੀ, ਇੱਕ ਵਾਰੀ ਫਿਰ ਕਰਾਂਗੇ ਤਾਂ ਹੋ ਹੀ ਜਾਏਗਾ। ਅਤੇ ਅੜਚਨਾ ਇੱਦਾਂ ਹੋਰ ਤਾਂ ਕੁਛ ਨਹੀਂ, ਜਦੋਂ ਤੁਹਾਨੂੰ ਸਪੋਰਟ ਮਿਲਦਾ ਰਹੇ, ਫੈਮਲੀਜ਼ ਬਹੁਤ ਸਪੋਰਟਿਵ ਨੇ ਮੇਰੇ, ਇੱਧਰ ਵੀ ਮੇਰੀ ਇਨਲੌਜ਼ ਵੀ, ਮੇਰੇ ਆਪਣੇ ਪੇਰੈਂਟਸ ਵੀ, ਸਾਰੇ ਇਹ ਹਮੇਸ਼ਾ ਮੋਟੀਵੇਟ ਹੀ ਕਰਦੇ ਰਹੇ। ਇੱਕ ਹੁੰਦਾ ਕਈਆਂ ਨੂੰ ਪ੍ਰੋਬਲਮਸ ਆਉਂਦੀਆਂ, ਉਹਨਾਂ ਨੂੰ ਸਟਰਗਲ ਜ਼ਿਆਦਾ ਹੁੰਦੀ। ਮੈਂ ਐਵੇਂ ਕਹਾਂ ਰੱਬ ਦੀ ਬਹੁਤ ਮਿਹਰ ਰਹੀ ਹੈ ਮੇਰੇ 'ਤੇ, ਹਮੇਸ਼ਾ ਰੱਬ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਹੈ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਮ ਤੁਸੀਂ ਮਾਣਯੋਗ ਅਦਾਲਤ ਦੇ ਵਿੱਚ ਫੈਸਲੇ ਸੁਣਾਉਣੇ, ਕਹਿੰਦੇ ਵੀ ਜਿਹੜਾ ਜੱਜ ਨੇ ਫੈਸਲਾ ਸੁਣਾਤਾ ਵੀ ਪੱਥਰ 'ਤੇ ਲਕੀਰ ਆ, ਫੈਸਲਾ ਮਤਲਬ ਜੱਜ ਦਾ ਫੈਸਲਾ ਬਿਲਕੁਲ ਸਹੀ ਹੁੰਦਾ ਹੈ। ਮੈਮ ਕਿਹੜੇ ਤੱਥਾਂ ਨੂੰ ਦੇਖ ਕੇ ਮਾਣਯੋਗ ਅਦਾਲਤ ਦੇ ਵਿੱਚ ਜੱਜ ਵੱਲੋਂ ਡਿਸੀਜਨ ਲਿਆ ਜਾਂਦਾ ਜੀ? ਜਿਹੜਾ ਜੱਜ ਦਾ ਫੈਸਲਾ ਹੁੰਦਾ ਉਹ ਇਸ ਲਈ ਸਹੀ ਨਹੀਂ ਹੁੰਦਾ ਕਿ ਉਹ ਹਮੇਸ਼ਾ, ਕਿਉਂਕਿ ਇੱਕ ਹਿਊਮਨ ਟੈਂਡੈਂਸੀ ਹੈ ਕਿ ਇਨਸਾਨ, ਆਪਾਂ ਗਲਤੀਆਂ ਦਾ ਪੁਤਲਾ ਇਨਸਾਨ, ਇਸ ਲਈ ਆਪਾਂ ਕਿਹਾ ਜਾਂਦਾ ਹੈ ਕਿ ਹਮੇਸ਼ਾ ਹੀ ਅਦਾਲਤ ਸਾਡੀ ਜਿਹੜੀ, ਜਿੱਥੇ ਮੈਂ ਜੁਆਇਨਿੰਗ ਕਰਨੀ ਹੈ, ਅਸੀਂ ਸਭ ਤੋਂ ਨੀਚੇ ਵਾਲੇ ਇਸ ਲੈਵਲ ਤੋਂ ਸਟਾਰਟ ਕਰਨਾ ਹੈ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ। ਸਾਡੇ ਤੋਂ ਅਪੀਲ ਉੱਪਰ ਸੈਸ਼ਨ ਕੋਰਟ ਕੋਲ ਜਾਂਦੀ ਹੈ, ਫਿਰ ਹਾਈ ਕੋਰਟ ਕੋਲ, ਫਿਰ ਸੁਪਰੀਮ ਕੋਰਟ ਕੋਲ। ਇਸ ਲਈ ਸਾਡਾ ਲਾਅ ਪ੍ਰੋਵਾਈਡ ਕਰਦਾ ਕਿ ਅਸੀਂ ਅਪੀਲ ਦੇ ਰਿਵੀਜ਼ਨ ਕਰ ਸਕੀਏ, ਕਿਉਂਕਿ ਇਹ ਫੈਸਲਾ ਇੱਕ ਇਨਸਾਨ ਦਾ ਹੀ ਫੈਸਲਾ ਹੈ, ਰੱਬ ਦਾ ਫੈਸਲਾ ਨਹੀਂ।
ਤੇ ਇਸ ਲਈ ਇਹ ਜਦੋਂ ਫੈਸਲਾ ਸੁਣਾਉਂਦੇ ਵੀ ਆ ਜੱਜ ਤਾਂ ਉਹ ਇਹੀ ਸੋਚ ਕੇ ਸੁਣਾਉਂਦੇ ਕਿ ਅਸੀਂ ਇਨਸਾਫ ਦੇ ਸਕੀਏ। ਅਸੀਂ ਆਪਣਾ ਇਮੋਸ਼ਨਲ ਬਾਇਸ ਨਹੀਂ ਕਦੇ ਵੀ ਲੈ ਕੇ ਆ ਸਕਦੇ ਵਿੱਚ ਕਿ ਸਾਨੂੰ ਲੱਗਦਾ ਹੈ ਕਿ ਕੋਈ ਵੀ ਫੈਸਲਾ ਜੱਜ ਇਸ ਲਈ ਨਹੀਂ ਸੁਣਾਉਂਦਾ ਕਿਉਂਕਿ ਉਹਨੂੰ ਲੱਗਦਾ ਹੈ ਇੱਦਾਂ, ਉਹ ਇਸ ਲਈ ਸੁਣਾਉਂਦਾ ਕਿਉਂਕਿ ਉਹਦੇ ਸਾਹਮਣੇ ਐਵੀਡੈਂਸ ਤੇ ਲਾਅ ਇਹ ਚੀਜ਼ ਬੋਲਦੇ ਆ। ਸਾਡੇ ਹੱਥ ਬੰਨੇ ਹੁੰਦੇ ਆ, ਅਸੀਂ ਇਹੀ ਦੇਖਣਾ ਹੁੰਦਾ ਕਿ ਸਾਡੇ ਅੱਗੇ ਜੋ ਤੱਥ ਪੇਸ਼ ਕੀਤੇ ਗਏ ਨੇ ਉਹ ਕੀ ਬੋਲਦੇ ਨੇ। ਸਾਡੇ ਲਈ ਸਭ ਤੋਂ ਵੱਡੀ ਜ਼ਰੂਰੀ ਚੀਜ਼ ਕਮਾਂਡ ਇਹੀ ਹੁੰਦੀ ਹੈ ਕਿ ਐਵੀਡੈਂਸ ਦੇਖੀਏ ਅਸੀਂ, ਤੇ ਜੋ ਸਾਡੇ ਰੂਲਸ ਨੇ, ਜੋ ਸਾਡੇ ਪ੍ਰਿੰਸੀਪਲਸ ਨੇ ਇਕੁਇਟੀ ਦੇ, ਉਹ ਫੋਲੋ ਕਰਕੇ ਅਸੀਂ ਫੈਸਲਾ ਸੁਣਾਈ ਸੀ। ਮੈਮ ਕਾਨੂੰਨੀ ਤੌਰ ਤੇ ਜੇ ਆਪਾਂ ਗੱਲ ਕਰੀਏ, ਕਹਿੰਦੇ 71 ਦਿਨ ਦੀ ਕਿਸੇ ਵੀ ਕੈਦੀ ਨੂੰ ਜਿਹੜੀ ਛੁੱਟੀ ਮਿਲਦੀ ਹੈ ਤੇ 91 ਦਿਨ ਦੀ ਜੇਲ੍ਹ ਦੇ ਵਿੱਚੋਂ ਛੁੱਟੀ ਮਿਲਦੀ ਹੈ, ਪੈਰੋਲ ਮਿਲਦੀ ਹੈ, 70 ਦਿਨ ਦੀ ਪੈਰੋਲ, 21 ਦਿਨ ਦੀ ਫਰਲੋ ਮਿਲਦੀ ਹੈ। ਤਾਂ ਬਹੁਤੇ ਲੋਕ ਆਪਾਂ ਨੂੰ ਵੇਖ ਰਹੇ ਹੋਣਗੇ, ਕਹਿੰਦੇ ਹੋਣਗੇ ਵੀ ਰਾਮ ਰਹੀਮ ਨੂੰ ਤਾਂ ਪੈਰੋਲ ਮਿਲ ਰਹੀ ਹੈ, ਬੰਦੀ ਸਿੰਘ ਨੇ ਜਿਹੜੇ ਖਾਸ ਤੌਰ ਤੇ ਸਿੱਖ ਪਰਿਵਾਰ ਆਪਾਂ ਨੂੰ ਵੇਖ ਰਹੇ ਹੋਣਗੇ ਵੀ ਬੰਦੀ ਸਿੰਘਾਂ ਨੂੰ ਪੈਰੋਲ ਕਿਉਂ ਨਹੀਂ ਮਿਲ ਰਹੀ, ਉਹਦੇ ਪਿੱਛੇ ਕੀ ਰੀਜ਼ਨ ਹੋ ਸਕਦਾ ਜੀ? ਸਰ ਮੈਂ ਉਹੀ ਕਹੂੰਗੀ ਕਿ ਜਿਹੜੇ ਇਹ ਫੈਸਲੇ ਨੇ ਹਰ ਕੇਸ ਟੂ ਕੇਸ ਵੈਰੀ ਕਰਦੇ ਆ। ਜਦੋਂ ਵੀ ਇੱਕ ਜੱਜ ਨੇ ਫੈਸਲਾ ਸੁਣਾਉਣਾ, ਉਹਨੇ ਆਪਣੇ ਬਾਇਸ ਦੇ ਉੱਤੇ ਆਪਣੀ, ਹੁਣ ਜੇ ਮੰਨ ਲਓ ਅਗਰ ਬੰਦੀ ਸਿੰਘਾਂ ਦੇ ਕੇਸ ਦੇ ਵਿੱਚ ਵੀ ਅਗਰ ਮੰਨ ਲਓ ਈਵਨ ਜੱਜ ਜਿਹੜਾ ਹੈ ਉਹ ਇੱਕ ਸਿੱਖ ਪਰਿਵਾਰ ਤੋਂ ਹੀ ਬਿਲੋਂਗ ਕਰਦਾ, ਤਾਂ ਵੀ ਉਹ ਆਪਣੀ ਮਰਜ਼ੀ ਨਾਲ ਉਹ ਫੈਸਲਾ ਨਹੀਂ ਸੁਣਾ ਸਕਦਾ ਕਿ ਇਹ ਫੈਸਲਾ ਮੇਰੇ ਦਿਲ ਦੇ ਕਰੀਬ ਹੈ ਤੇ ਮੈਂ ਇਸ ਹਿਸਾਬ ਨਾਲ ਆਪਣੇ ਪੱਖ ਦਾ ਕਰਵਾ ਦੇਵਾਂ। ਉਹ ਇੱਦਾਂ ਨਹੀਂ ਕਰ ਸਕਦਾ। ਉਸ ਜੱਜਿਸ ਦੇ ਹੱਥ ਜਿਹੜੇ ਉਹ ਹਮੇਸ਼ਾ ਬੰਨੇ ਹੁੰਦੇ ਆ ਕਿਹਦੇ ਅੱਗੇ? ਲਾਅ ਦੇ ਅੱਗੇ। ਅਸੀਂ ਲਾਅ ਨੂੰ ਇੰਟਰਪ੍ਰੀਟ ਕਰਦੇ, ਆਪ ਲਾਅ ਨਹੀਂ ਬਣਾਉਂਦੇ। ਤੇ ਇਸ ਲਈ ਜੋ ਸਾਡੇ ਅੱਗੇ ਤੱਥ ਰੱਖੇ ਜਾਣਗੇ, ਜੋ ਸਾਡੇ ਅੱਗੇ ਵਕੀਲ ਆਪਣੀ ਆਰਗੂਮੈਂਟਸ ਦੇਣਗੇ, ਜੋ ਵਿਟਨੈਸਿਸ ਬੋਲਣਗੇ ਔਰ ਜੋ ਸਾਨੂੰ ਲੱਗੇਗਾ ਉਸ ਕੇਸ ਦੇ ਵਿੱਚ ਜਾਇਜ਼ ਹੈ, ਉਹੀ ਫੈਸਲਾ ਅਸੀਂ ਸੁਣਾ ਸਕਦੇ ਹਾਂ। ਬਹੁਤੇ ਲੋਕ ਤਾਂ ਵੈਸੇ ਸਰਕਾਰਾਂ ਨੂੰ ਦੋਸ਼ ਦਿੰਦੇ ਨੇ ਵੀ ਸਰਕਾਰਾਂ ਵਿਕਾਊ ਨੇ ਜੀ, ਜਾਂ ਕੇਂਦਰ ਦੀ ਸਰਕਾਰ ਲੈ ਲਈਏ, ਸੂਬੇ ਦੀ ਸਰਕਾਰ ਲੈ ਲਈਏ, ਸਰਕਾਰਾਂ ਦੀ ਕੀ ਰੋਲ ਹੁੰਦਾ ਹੈ ਮਾਣਯੋਗ ਅਦਾਲਤ ਦੇ ਵਿੱਚ? ਜਾਂ ਸੂਬੇ ਦੀ ਸਰਕਾਰ ਹੋਈ ਜਾਂ ਕੇਂਦਰ ਦੀ ਸਰਕਾਰ ਹੋਈ, ਇਹਨਾਂ ਦਾ ਕਿੰਨਾ ਕੁ ਰੋਲ ਹੁੰਦਾ ਹੈ? ਦੇਖੋ, ਸਾਡਾ ਸੰਵਿਧਾਨ, ਸਭ ਤੋਂ ਵੱਡੀ ਗੱਲ ਇਹ ਸਾਨੂੰ ਸਾਡੇ ਜਿਹੜੇ ਸੰਵਿਧਾਨ ਲਿਖਣ ਵਾਲੇ ਸੀ ਉਹ ਸਭ ਤੋਂ ਵੱਡੀ ਚੀਜ਼ ਇਹ ਦੇ ਗਏ ਸੀਗੇ ਕਿ ਸਾਡੀ ਜਿਹੜੀ ਜੁਡੀਸ਼ਰੀ ਹੈ ਉਹ ਇੰਡੀਪੈਂਡੈਂਟ ਹੈ। ਸਾਡੀ ਜਿਹੜੀ ਜੁਆਇਨਿੰਗ ਤੋਂ ਲੈ ਕੇ ਸਾਡੀ ਪ੍ਰਮੋਸ਼ਨਸ ਤੱਕ ਸਰਕਾਰਾਂ ਦਾ ਵਿੱਚ ਕੋਈ ਵੱਡਾ ਰੋਲ ਨਹੀਂ ਹੁੰਦਾ। ਉਹ ਐਗਜ਼ਾਮ ਕੰਡਕਟ ਕਰਾਉਂਦਾ, ਬਟ ਜੁਡੀਸ਼ਰੀ ਆਪਣੇ ਆਪ 'ਚ ਇੰਡੀਪੈਂਡੈਂਟ ਹੈ। ਸਾਡੇ ਉੱਤੇ ਕੋਈ ਦਬਾਅ ਨਹੀਂ ਹੁੰਦਾ ਕੋਈ ਵੀ ਫੈਸਲਾ ਸੁਣਾਉਣ ਲੱਗੇ ਕਿ ਤੁਸੀਂ ਇਸ ਪੱਖ ਦਾ ਫੈਸਲਾ ਸੁਣਾਉਣਾ ਹੈ, ਠੀਕ ਹੈ। ਕਿਉਂਕਿ ਜਿਹੜੀ ਸਰਕਾਰਾਂ ਦੀ ਗੱਲ ਹੈ, ਮੈਂ ਇਹ ਕਹਿਣਾ ਚਾਹੁੰਦੀ, ਬੇਈਮਾਨੀ ਸਾਡੇ ਕਿਤੇ ਨਾ ਕਿਤੇ ਹਰ ਪਾਸੇ ਹੀ ਫੈਲ ਚੁੱਕੀ ਹੈ। ਸਾਡੇ ਪੂਰੇ ਭਾਰਤ ਦੇਸ਼ ਦੇ ਵਿੱਚ ਕਹੋ ਜਾਂ ਅੱਜ ਦੇ ਸਮੇਂ ਦੇ ਵਿੱਚ ਤਾਂ ਬਾਹਰ ਵੀ ਦੇਖੀਏ ਤਾਂ ਬਹੁਤ ਕੇਸ ਹੁੰਦੇ ਹੀ ਆਪਾਂ ਕਿ ਬੇਈਮਾਨੀ, ਕਰਪਸ਼ਨ ਦੇ ਕੇਸਿਸ ਬਹੁਤ ਨੇ। ਅਤੇ ਜਦੋਂ ਆਪਾਂ ਸਰਕਾਰਾਂ ਅਤੇ ਜੁਡੀਸ਼ਰੀ ਦੀ ਆਪਸ 'ਚ ਗੱਲ ਕਰੀਏ ਤਾਲਮੇਲ ਦੀ, ਉਹ ਜ਼ਰੂਰੀ ਹੈ ਜਦੋਂ ਅਸੀਂ ਇੱਕ ਵਧੀਆ ਵੈਲਫੇਅਰ ਸਟੇਟ ਚਲਾਉਣਾ ਚਾਹੁੰਦੇ ਹਾਂ। ਬਟ ਅਸਲ ਦੇ ਵਿੱਚ ਜੇਕਰ ਅਗਰ ਆਪਾਂ ਇਕੱਲੀ ਜੁਡੀਸ਼ਰੀ ਦੀ ਗੱਲ ਕਰੀਏ ਤਾਂ ਕੋਈ ਬਹੁਤ ਵੱਡਾ ਰੋਲ ਨਹੀਂ ਹੁੰਦਾ ਸਰਕਾਰ ਦਾ। ਮੈਮ ਤੁਸੀਂ ਹੁਣ ਜਿਵੇਂ ਕਹਿ ਰਹੇ ਹੋ ਤੁਸੀਂ ਲਾਅ ਕੀਤਾ ਹੈ ਨਾ, ਉਸ ਤੋਂ ਬਾਅਦ ਕਹਿੰਦੇ ਆਪਾਂ ਵਕੀਲ ਬਣਦੇ ਇੱਕ ਸਟੈਪ ਬਾਏ ਸਟੈਪ ਆਪਾਂ ਉੱਪਰ ਜਾਣਾ ਹੁੰਦਾ, ਤੁਸੀਂ ਵਕੀਲ ਵਾਲਾ ਪੌਡਾ ਛੱਡ ਕੇ ਉੱਪਰ ਜੱਜ ਵਾਲੇ ਨੂੰ ਚੜ੍ਹ ਗਏ, ਵਕੀਲ ਵਾਲਾ ਕਿਉਂ ਛੱਡ ਦਿੱਤਾ ਜੀ? ਨਹੀਂ, ਵਕਾਲਤ ਜਦੋਂ ਤੁਸੀਂ ਕਰ ਲੈਂਦੇ ਹੋ, ਮੈਂ ਐਨਰੋਲਡ ਮੈਂ ਥੋੜ੍ਹਾ ਟਾਈਮ ਪ੍ਰੈਕਟਿਸ ਵੀ ਕੀਤੀ ਹੈ ਡਿਸਟ੍ਰਿਕਟ ਬਾਰ ਦੇ ਵਿੱਚ, ਪਰ ਮੈਨੂੰ ਕੋਈ ਬਹੁਤ ਜ਼ਿਆਦਾ ਇੰਟਰਸਟ ਨਹੀਂ ਹੋਇਆ ਲਿਟੀਗੇਸ਼ਨ ਦੇ ਵਿੱਚ। ਮੈਂ ਫਿਰ PhD ਵੱਲ ਧਿਆਨ ਜ਼ਿਆਦਾ ਸੀ ਮੇਰਾ, ਅਤੇ ਮੈਂ ਉਹ ਕਰਨ ਲੱਗ ਗਈ। ਐਕਚੁਅਲੀ ਮੈਨੂੰ ਪੜ੍ਹਨ ਦਾ ਸ਼ੌਂਕ ਸੀਗਾ ਜ਼ਿਆਦਾ, ਅਤੇ ਮੈਂ ਰਿਸਰਚ ਕਰਦੇ ਫਿਰ ਮੈਂ ਨਾਲ ਹੀ ਜੁਡੀਸ਼ਰੀ ਦੇ ਪੇਪਰ ਦੀ ਤਿਆਰੀ ਸ਼ੁਰੂ ਕਰ ਦਿੱਤੀ। ਕੁਝ ਸਟੇਬਿਲਿਟੀ ਵੀ ਹੈ ਕਿਉਂਕਿ ਮੈਂ ਫਸਟ ਜਨਰੇਸ਼ਨ ਲਾਇਰ ਹਾਂ, ਮੇਰੇ ਘਰ ਦੇ ਵਿੱਚ ਕੋਈ ਹੋਰ ਲਾਇਰ ਨਹੀਂ ਹੋਈ ਸੀ ਪਹਿਲੇ, ਕੋਈ ਲਾਅ ਨੂੰ ਬਿਲੋਂਗ ਵੀ ਨਹੀਂ ਕਰਦਾ, ਅਤੇ ਉਹ ਸਟਰਗਲ ਵੀ ਬਹੁਤ ਜ਼ਿਆਦਾ ਹੈ। ਅਤੇ ਫਿਰ ਜੇ ਸਟਰਗਲ ਕਰਨੀ ਸੀ ਫਿਰ ਮੈਨੂੰ ਮੈਂ ਘਰਦਿਆਂ ਨੂੰ ਪ੍ਰਾਊਡ ਫੀਲ ਵੀ ਕਰਾਵਾਂ ਅਤੇ ਮੈਂ ਪੜ੍ਹ ਵੀ ਲਵਾਂ, ਮੇਰੇ ਇੰਟਰਸਟ ਦੇ ਵਿੱਚ ਵੀ ਹੈ, ਇਸ ਲਈ ਮੈਂ ਫਿਰ ਜੁਡੀਸ਼ਰੀ ਵੱਲ ਧਿਆਨ ਜ਼ਿਆਦਾ ਦਿੱਤਾ। ਹੁਣ ਮੈਮ ਤੁਸੀਂ ਐਗਜ਼ਾਮ ਕਲੀਅਰ ਕਰ ਲਿਆ, ਕਿਹੜਾ ਰੈਂਕ ਆਇਆ ਜੀ ਤੁਹਾਡਾ? ਮੇਰਾ 30 ਰੈਂਕ ਆਇਆ ਜੀ। ਹਾਂਜੀ। ਤਾਂ ਹੁਣ ਮੈਮ ਕੀ ਪ੍ਰੋਸੈਸ ਹੈ ਅੱਗੇ? ਤੁਸੀਂ ਮਾਣਯੋਗ ਅਦਾਲਤ ਦੇ ਵਿੱਚ ਕਿਵੇਂ ਤੁਹਾਨੂੰ ਜਿਹੜਾ ਹੈ ਨਾ ਉੱਥੇ ਅਪਾਇੰਟ ਕੀਤਾ ਜਾਂਦਾ ਹੈ? ਕੀ ਅਪਾਇੰਟਮੈਂਟ ਲੈਟਰ ਕਿੰਨੇ ਸਮੇਂ ਦੇ ਵਿੱਚ ਆਉਂਦਾ ਹੈ ਅਤੇ ਕਿੰਨਾ ਸਮਾਂ ਲੱਗਦਾ ਤੁਹਾਨੂੰ ਜੱਜ ਬਣਨ ਨੂੰ? ਸਰ ਆਪਣੀ ਜਿਹੜੀ ਹੁਣ ਆਏਗੀ, ਸਾਨੂੰ ਇੱਕ ਅਪਾਇੰਟਮੈਂਟ ਲੈਟਰ ਆਏਗੀ, ਉਸ ਤੋਂ ਬਾਅਦ ਮੈਡੀਕਲ ਹੋਏਗਾ, ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ, ਇਹ ਸਾਰੀ ਫਾਰਮੈਲਿਟੀਜ਼ ਤੋਂ ਬਾਅਦ ਸਾਨੂੰ ਓਥ ਸੈਰੇਮਨੀ ਹੋਏਗੀ, ਜੁਆਇਨਿੰਗ ਹੋਏਗੀ, ਸਾਡੀ ਸਟੇਸ਼ਨ ਸਾਨੂੰ ਅਲੋਟ ਹੋਏਗਾ, ਅਤੇ ਫਿਰ ਨੈਕਸਟ ਪੂਰਾ ਈਅਰ ਸਾਨੂੰ ਟ੍ਰੇਨਿੰਗ ਦਿੱਤੀ ਜਾਏਗੀ, ਜਿਹਦੇ ਵਿੱਚ 6 ਮਹੀਨੇ ਇੰਸਟੀਟਿਊਸ਼ਨਲ ਟ੍ਰੇਨਿੰਗ ਹੋਏਗੀ, ਜੋ ਕਿ ਚੰਡੀਗੜ੍ਹ ਦੇ ਵਿੱਚ ਜੁਡੀਸ਼ੀਅਲ ਅਕੈਡਮੀ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ, ਉਹਨਾਂ ਦੇ ਅੰਡਰ ਸਾਨੂੰ ਅਕੈਡਮੀ ਦੇ ਵਿੱਚ ਕੋਚਿੰਗ ਟ੍ਰੇਨਿੰਗ ਦਿੱਤੀ ਜਾਏਗੀ। ਔਰ ਉਸ ਤੋਂ ਇਲਾਵਾ ਸਾਨੂੰ 6 ਮਹੀਨੇ ਵਿੱਚ ਜਿਹੜੇ ਹੈ ਉਹ ਸਟੇਸ਼ਨ ਜਿੱਥੇ ਹੈ ਉੱਥੇ ਟ੍ਰੇਨਿੰਗ ਦਿੱਤੀ ਜਾਏਗੀ, ਉਹਨੂੰ ਫੀਲਡ ਟ੍ਰੇਨਿੰਗ ਜਿਹਨੂੰ ਆਪਾਂ ਕਹਿੰਦੇ, ਤਾਂ ਕਿ ਸਾਨੂੰ ਐਕਚੁਅਲ 'ਚ ਵਰਕਿੰਗ ਆਫ ਕੋਰਟ ਦਾ ਪਤਾ ਲੱਗ ਸਕੇ। ਜਦੋਂ ਕਿਸੇ ਘਰ ਦੇ ਵਿੱਚ ਧੀ ਜਨਮ ਲੈਂਦੀ ਹੈ ਨਾ ਤਾਂ ਮੂੰਹ ਲਟਕਾਏ ਹੁੰਦੇ ਆ, ਚਲੋ ਰੱਬ ਦਾ ਭਾਣਾ ਸੀ। ਬਹੁਤੇ ਲੋਕ ਤਾਂ ਇਹ ਕਹਿ ਰਹੇ ਨੇ, ਆਪਾਂ ਨੂੰ ਵੀ ਵੇਖ ਰਹੇ ਹੋਣਗੇ ਕਈ ਦਰਸ਼ਕ, ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਤੁਸੀਂ ਅੱਜ ਜੱਜ ਬਣ ਗਏ ਹੋ ਤਾਂ ਕਈ ਲੋਕ ਤਾਂ ਇਹ ਵੀ ਵੇਖ ਰਹੇ ਹੋਣਗੇ ਵੀ ਯਾਰ ਧੀਆਂ ਜੰਮ ਕੇ ਪਤਾ ਨਹੀਂ ਕੀ ਹੋ ਗਿਆ ਹੈ ਨਾ, ਮੂੰਹ ਹੀ ਲਟਕਾਇਆ ਹੁੰਦਾ ਹੈ। ਭਰੂਣ ਹੱਤਿਆ ਜ਼ਿਆਦਾ ਇੱਕ ਕੋਡ ਬਣਿਆ ਹੋਇਆ, ਆਪਣੇ ਦਾਜ ਦਹੇਜ ਦੀ ਗੱਲ ਕਰ ਲਈ, ਉਹ ਵੀ ਕੋਡ ਬਣਿਆ ਹੋਇਆ। ਤੇ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ ਜਾਂ ਇਸ ਤਰ੍ਹਾਂ ਮੂੰਹ ਲਟਕਾਉਂਦੇ ਨੇ ਤਾਂ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ? ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਇੱਕ ਬੱਚਾ ਜਦੋਂ ਪੈਦਾ ਹੁੰਦਾ ਉਹਨੂੰ ਬੱਚੇ ਦੀ ਤਰ੍ਹਾਂ ਦੇਖੋ। ਤੁਸੀਂ ਇੱਕ ਨਵੀਂ ਜ਼ਿੰਦਗੀ ਨੂੰ ਦੁਨੀਆ ਦੇ ਵਿੱਚ ਲੈ ਕੇ ਆਉਂਦੇ ਹੋ, ਚਾਹੇ ਉਹ ਕੁੜੀ ਆ
ਚਾਹੇ ਉਹ ਮੁੰਡਾ ਹੈ, ਉਹ ਇੱਕ ਇਨਸਾਨ ਹੈ ਜਿਹਨੂੰ ਤੁਸੀਂ ਦੁਨੀਆ ਦੇ ਵਿੱਚ ਲੈ ਕੇ ਆਏ ਹੋ, ਤਾਂ ਉਹਨੂੰ ਉਹ ਉਨੀ ਹੀ ਚੰਗੀ ਪਰਵਰਿਸ਼ ਦਿਓ ਜਿੰਨੀ ਕੀਤਾ ਤੁਸੀਂ ਐਕਸਪੈਕਟ ਕਰਦੇ ਹੋ ਕਿ ਤੁਹਾਨੂੰ ਮਿਲੀ ਹੋਵੇ। ਅਤੇ ਜਦੋਂ ਤੁਸੀਂ ਚੰਗੀ ਪਰਵਰਿਸ਼ ਦਿੰਦੇ ਹੋ, ਚਾਹੇ ਕੁੜੀ ਹੈ ਚਾਹੇ ਉਹ ਮੁੰਡਾ ਹੈ, ਉਹ ਤੁਹਾਡਾ ਨਾਮ ਰੌਸ਼ਨ ਹੀ ਕਰੇਗਾ। ਇਸ ਲਈ ਮੂੰਹ ਲਟਕਾਉਣਾ ਕਿਸੇ ਦੇ ਵੀ ਹੋਣ 'ਤੇ ਬਹੁਤ ਹੀ ਗਲਤ ਗੱਲ ਹੈ। ਤੁਸੀਂ ਸਾਨੂੰ ਮਤਲਬ ਅਸੀਂ ਵੀ 3 ਭੈਣਾਂ ਵਾਂ, ਪਰ ਸਾਡੇ ਘਰਦਿਆਂ ਨੇ ਹਮੇਸ਼ਾ ਹੀ ਬਹੁਤ ਸਪੋਰਟ ਕੀਤਾ। ਲੋਕੀ ਜ਼ਰੂਰ ਆ ਕੇ ਕੁਛ ਨਾ ਕੁਛ ਕਹਿ ਜਾਂਦੇ ਸੀ, ਬਟ ਘਰਦਿਆਂ ਨੇ ਹਮੇਸ਼ਾ ਕਦੀ ਵੀ ਕੋਈ ਫ਼ਰਕ ਨਹੀਂ ਕੀਤਾ। ਈਵਨ ਮੇਰਾ ਛੋਟਾ ਭਰਾ ਹੈ, ਕਦੀ ਮੈਂ ਸੁਣਦੀ ਹਾਂ ਕਿ ਉਹ ਤਾਂ ਬਹੁਤ ਲਾਡਲੇ ਹੁੰਦੇ ਆ, ਸਾਡੇ ਘਰਦਿਆਂ ਨੇ ਕਦੀ ਉਹਨਾਂ ਨੂੰ ਸਿਰੇ ਨਹੀਂ ਚੜ੍ਹਾਇਆ। ਇਹ ਇੱਦਾਂ ਹੀ ਰੱਖਿਆ ਤਾਂ ਕਿ ਅਸੀਂ ਇੱਕ ਅੱਛੀ ਜ਼ਿੰਦਗੀ ਜੀ ਸਕੀਏ, ਸਾਨੂੰ ਉਹ ਸੰਸਕਾਰ ਦਿੱਤੇ ਜਾ ਸਕਣ ਕਿ ਅਸੀਂ ਮਿਹਨਤ ਕਰਨਾ ਜਾਣੀਏ। ਅਤੇ ਮੈਂ ਇਹੀ ਕਹੂੰਗੀ ਲੋਕਾਂ ਨੂੰ ਵੀ ਕਿ ਧੀਆਂ ਦੇ ਨਾਲ ਫ਼ਰਕ ਨਾ ਕਰੋ, ਤੁਹਾਡਾ ਕਦੀ ਵੀ ਸਿਰ ਨੀਵਾਂ ਨਹੀਂ ਕਰਨਗੀਆਂ, ਤੁਹਾਡਾ ਮਾਣ ਹੀ ਵਧਾਉਣਗੀਆਂ। ਉਹਨਾਂ ਨੂੰ ਵੀ ਮੌਕੇ ਦਿੱਤੇ ਜਾਣ, ਹਰ ਇੱਕ ਬੱਚੇ ਨੂੰ ਇਕੁਅਲ ਮੌਕੇ ਦਿੱਤੇ ਜਾਣਗੇ ਤਾਂ ਬਹੁਤ ਕਮਾਲ ਕਰਕੇ ਦਿਖਾ ਸਕਦੇ ਆ। ਮੈਮ ਇਸ ਇੱਥੇ ਮੁਕਾਮ ਤੱਕ ਪਹੁੰਚਣ ਤੱਕ ਪਰਿਵਾਰਕ ਮੈਂਬਰਾਂ ਦਾ ਕਿਹੋ ਜਿਹਾ ਸਹਿਯੋਗ ਰਿਹਾ ਜੀ? ਬਹੁਤ ਵੱਡਾ ਸਹਿਯੋਗ ਰਿਹਾ। ਮਤਲਬ ਮੈਂ ਉਹੀ ਤੁਹਾਨੂੰ ਦੱਸਦੀ ਹਾਂ, ਸਾਨੂੰ ਕਦੀ ਵੀ, ਮੈਨੂੰ ਭਾਵੇਂ ਕੋਈ ਆਰਥਿਕ ਤੰਗੀ ਹੋਵੇ, ਕੋਈ ਸਮਾਜਿਕ ਕੋਈ ਕੁਛ ਕਹੇ, ਕਦੀ ਮੇਰੇ ਮਾਤਾ ਪਿਤਾ ਨੇ ਕਦੀ ਵੀ ਕੋਈ ਫ਼ਰਕ ਨਹੀਂ ਕੀਤਾ, ਹਰ ਪਾਸਿਓਂ ਹੀ ਬਹੁਤ ਸਪੋਰਟ ਕੀਤਾ। ਮੇਰੇ ਹਸਬੈਂਡ ਨੂੰ ਬਹੁਤ ਜ਼ਿਆਦਾ ਸ਼ੌਂਕ ਸੀ ਕਿ ਮੈਂ ਅੱਗੇ ਮਿਹਨਤ ਕਰਾਂ ਅਤੇ ਮੈਂ ਜੱਜ ਬਣ ਕੇ ਦਿਖਾਵਾਂ, ਅਤੇ ਉਹਨਾਂ ਦਾ ਸੁਪਨਾ ਵੀ ਪੂਰਾ ਹੋਇਆ। ਮੇਰੇ ਮਦਰ ਇਨ ਲਾਅ, ਫਾਦਰ ਇਨ ਲਾਅ ਇੱਧਰ ਵੀ ਘਰ, ਮਤਲਬ ਮੈਂ ਸੱਚੀ ਕਹੂੰਗੀ ਕਿ ਮੈਨੂੰ ਲੱਗਦਾ ਹੈ ਕਿ ਰੱਬ ਦੀ ਇੰਨੀ ਮਿਹਰ ਰਹੀ ਹੈ ਤਾਂ ਹੀ ਅੱਜ ਇਹ ਮੁਕਾਮ ਹਾਸਿਲ ਹੋਇਆ ਕਿ ਮੇਰੇ ਦੋਨੋਂ ਹੀ ਪਰਿਵਾਰਾਂ ਨੇ ਮੈਨੂੰ ਇੰਨਾ ਸਪੋਰਟ ਕੀਤਾ ਹੈ। ਤੁਸੀਂ ਮੈਰਿਡ ਹੋ ਮੈਮ? ਹਾਂਜੀ ਹਾਂਜੀ, ਮੇਰਾ ਇੰਟਰਵਿਊ ਜਿਹੜਾ ਹੋਇਆ ਹਰਿਆਣਾ ਦਾ ਆਫਟਰ ਵੈਡਿੰਗ ਹੀ ਹੋਇਆ। ਮੇਰਾ 3 ਸੈਪਟੈਂਬਰ ਨੂੰ ਮੇਰੀ ਵੈਡਿੰਗ ਸੀ ਔਰ 14 ਸੈਪਟੈਂਬਰ ਦਾ ਮੇਰਾ ਇੰਟਰਵਿਊ ਸੀਗਾ, ਅਤੇ ਆਫਟਰ ਵੈਡਿੰਗ ਹੀ ਮੇਰਾ। ਔਰ ਸਾਰੇ ਇਹੀ ਕਹਿ ਰਹੇ ਕਿ ਮੇਰੇ ਇਨ-ਲॉज ਮੇਰੇ ਹਸਬੈਂਡ ਬਹੁਤ ਲਕੀ ਨੇ ਮੇਰੇ ਲਈ, ਤਾਂ ਐਕਚੁਅਲ 'ਚ ਸੱਚ ਹੀ ਹੈ ਗੱਲ, ਕਿਉਂਕਿ ਉਹਨਾਂ ਦਾ ਸਪੋਰਟ ਵੀ ਬਹੁਤ ਰਿਹਾ ਮੇਰੇ ਨਾਲ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਮੈਮ ਸਮਾਂ ਦੇਣ ਲਈ ਜੀ। ਥੈਂਕ ਯੂ ਸਰ। ਬਿਲਕੁਲ। ਸੋ ਦੋਸਤੋ, ਇਹ ਸਨ ਸਾਡੇ ਨਾਲ ਮੈਡਮ ਚਾਹਤ ਜੀ, ਜਿਨ੍ਹਾਂ ਨੇ ਕਾਫੀ ਸਖਤ ਮਿਹਨਤ ਕਰਕੇ ਅੱਜ ਜੱਜ ਬਣ ਗਏ ਨੇ, ਤਾਂ ਕੁਝ ਸਾਲ ਦਾ ਇੱਕ ਸਮਾਂ ਲੱਗੇਗਾ ਇਹਨਾਂ ਨੂੰ ਮਾਣਯੋਗ ਅਦਾਲਤ ਤੱਕ ਪਹੁੰਚਣ ਨੂੰ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮਾਣਯੋਗ ਅਦਾਲਤ ਦੇ ਵਿੱਚ ਬਹਿ ਕੇ ਇਹ ਫੈਸਲੇ ਸੁਣਾਉਣਗੇ, ਤਾਂ ਆਸ ਤੇ ਉਮੀਦ ਕਰਦੇ ਹਾਂ ਕਿ ਇਹ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਵੇਗੀ। ਮਨਜਿੰਦਰ ਸਿੰਘ ਦੇ ਨਾਲ ਸਿਮਰਨਜੀਤ ਸਿੰਘ ਢਿੱਲੋਂ, ਪੰਜਾਬੀ ਲੋਕ ਚੈਨਲ, ਜਲੰਧਰ।